ऑक्सीजन की कमी आ रही क्यों आ रही है, ये कमी कितना पूरी की जा सकती है? देखो कमी ये है, ये जैसे प्लांट की प्रोडक्शन 1200 सिलेंडर है, ठीक है जी। अब हॉस्पिटलों में डिमांड बहुत बढ़ गई है, पेशेंट हर हॉस्पिटल में आ रहे हैं, तो हमारी तो जो प्रोडक्शन हम वही दे पाएंगे ना। ਜਿਵੇਂ ਇਸ ਕੰਪਨੀ ਦੇ ਕੋਲ 1200 ਸਿਲੰਡਰ ਬਣਾਉਣ ਦੀ ਕਪੈਸਿਟੀ ਹੈ, ਤਾਂ ਵਧਾਈ ਵੀ ਜਾ ਸਕਦੀ ਹੈ ਇਹ ਕਪੈਸਿਟੀ? नहीं नहीं नहीं, जितने इसकी कैपेसिटी है उतनी ही रहेगी, उससे ज़्यादा नहीं बढ़ सकती। लिक्विड बाहर से आता है, ये उसके लिए आधा टैंक लगा के हम सप्लाई बढ़ा सकते हैं। ਲਿਕੁਇਡ ਆ ਨਹੀਂ ਰਿਹਾ? लिक्विड आ नहीं रहा। ਲਿਕੁਇਡ 3 ਕੰਪਨੀਆਂ ਬਣਾਉਂਦੀਆਂ, ਇਨੋਕਸ, BOC ਤੇ 에ਅਰ ਲਿਕੀ। ਅੱਜ ਦੀ ਡੇਟ 'ਚ ਜਿਹੜੀ ਸਟੇਟ ਦੇ ਵਿੱਚ ਉਹ ਕੰਪਨੀਆਂ ਦੇ ਪਲਾਂਟ ਲੱਗੇ ਹੋਏ ਨੇ, ਉਹ ਸਟੇਟ ਦੀ ਸਰਕਾਰ ਨੇ ਉਹਨਾਂ ਨੂੰ ਮਨਾ ਕਰਤਾ ਕਿ ਪਹਿਲੇ ਆਪਣੀ ਸਟੇਟ ਦਾ ਘਰ ਪੂਰਾ ਕਰੋ, ਫਿਰ ਅਦਰ ਸਟੇਟ। ਸਾਡੇ ਵਾਸਤੇ ਕੁਝ ਨਹੀਂ ਹੈ, ਪੰਜਾਬ ਵਾਲੇ ਵਾਸਤੇ ਪੰਜਾਬ ਲਈ ਕੁਝ ਨਹੀਂ ਛੱਡਿਆ ਉਹਨਾਂ ਨੇ। ਉਹ ਕਹਿ ਚੁੱਕੇ ਹੋਏ ਆ ਕਲੀਅਰ ਕਿ ਬਾਊ ਜੀ ਪਹਿਲੇ ਅਸੀਂ ਆਪਣਾ ਘਰ ਬਚਾਵਾਂਗੇ, ਫਿਰ ਤੁਹਾਡਾ ਨੰਬਰ ਹੈ। ਇਹਦੇ ਵਿੱਚ ਕੀ ਆ ਰਿਹਾ? ਇਹਦੇ 'ਚ लिक्विड ऑक्सीजन लिक्विड आ रहा है। ਇਹਦੇ 'ਚ ਬਰਫ਼ ਵੀ ਜਿਵੇਂ ਜੰਮੀ ਹੋਈ ਕਿ ਬਹੁਤ ਜ਼ਿਆਦਾ ਠੰਡੀ ਹੋਊਗੀ ਇਹ, ਤਾਂ ਇਹ ਦੇਖੋ ਕਿ ਐਕਸਪੈਰੀਮੈਂਟ ਕਰਕੇ ਵੀ ਦਿਖਾ ਰਹੇ ਨੇ ਤੁਹਾਨੂੰ, ਇਹ ਪ੍ਰੈਕਟੀਕਲ। ਇਹ ਆਕਸੀਜਨ ਹੈ? हाँ ये ऑक्सीजन है। ਪੂਰੇ ਦੇਸ਼ ਭਰ ਦੇ ਵਿੱਚ ਆਕਸੀਜਨ ਸਿਲੰਡਰ ਦੀ ਕਮੀ ਕਾਰਨ ਮੌਤਾਂ ਹੋ ਰਹੀਆਂ ਨੇ। ਕਰੋਨਾ ਵਾਇਰਸ ਸਿਖਰਾਂ ਦੇ ਉੱਪਰ ਹੈ, ਇਸ ਸਾਲ ਫਿਰ ਦੁਬਾਰਾ ਇਸ ਨੇ ਆਪਣਾ ਪ੍ਰਕੋਪ ਦਿਖਾਇਆ, ਤਾਂ ਸਭ ਤੋਂ ਵੱਧ ਕਿੱਲਤ ਜਿਹੜੀ ਹੈ ਆਕਸੀਜਨ ਸਿਲੰਡਰਸ ਦੀ ਆ ਰਹੀ ਹੈ। ਆਕਸੀਜਨ ਸਿਲੰਡਰ ਦੀ ਕਮੀ ਕਿਉਂ ਆ ਰਹੀ ਹੈ, ਇਹ ਅੱਜ ਤੁਹਾਨੂੰ ਅਸੀਂ ਇਸ ਖਾਸ ਰਿਪੋਰਟ ਦੇ ਵਿੱਚ ਦੱਸਾਂਗੇ ਕਿ ਆਕਸੀਜਨ ਬਣਦੀ ਕਿਵੇਂ ਹੈ, ਆਕਸੀਜਨ ਦੀ ਕਮੀ ਕਿਉਂ ਆ ਰਹੀ ਹੈ, ਅਤੇ ਇਹ ਸਭ ਦੀ ਡਿਮਾਂਡ ਇੱਕਦਮ ਕਿਉਂ ਵਧਣੀ ਸ਼ੁਰੂ ਹੋ ਗਈ, ਕਿਉਂਕਿ ਕਰੋਨਾ ਵਾਇਰਸ ਕਾਰਨ ਜਿਨ੍ਹਾਂ ਨੂੰ ਕਰੋਨਾ ਹੁੰਦਾ ਹੈ ਉਹਨਾਂ ਦੇ ਅੰਦਰ ਆਕਸੀਜਨ ਦੀ ਕਮੀ ਆ ਜਾਂਦੀ ਹੈ। ਤਾਂ ਅਸੀਂ ਸ਼ਕਤੀ ਆਕਸੀਜਨ ਪਲਾਂਟ ਦੇ ਵਿੱਚ ਹੈਗੇ ਆ, ਜਿੱਥੇ ਆਕਸੀਜਨ ਬਣਦੀ ਹੈ ਅਤੇ ਜਲੰਧਰ ਨੂੰ ਸਪਲਾਈ ਹੁੰਦੀ ਹੈ। ਤਾਂ 1 ਮਿੰਟ ਦਾ ਵੀ ਵੇਲ, 1 ਮਿੰਟ ਵੀ ਜ਼ਿਆਦਾ ਕਹਿ ਦਿੱਤਾ ਕਿ 1 ਸੈਕਿੰਡ ਦਾ ਵੀ ਇਹਨਾਂ ਨੂੰ ਵੇਲ ਨਹੀਂ, ਕਿਉਂਕਿ ਸਪਲਾਈ ਡਿਮਾਂਡ ਬਹੁਤ ਜ਼ਿਆਦਾ ਹੈ, ਸਪਲਾਈ ਘੱਟ ਹੈ। ਸਪਲਾਈ ਦੇ ਪਿੱਛੇ ਕਿਤੇ ਨਾ ਕਿਤੇ ਸਰਕਾਰਾਂ ਦੀਆਂ ਅਣਗਹਿਲੀਆਂ ਵੀ ਨਜ਼ਰ ਆ ਰਹੀਆਂ ਨੇ। ਇਹ ਜਿਹੜੇ ਸਿਲੰਡਰ ਆ ਇਹ ਪਲਾਂਟ ਦੇ ਵਿੱਚੋਂ ਫਿਲ ਹੋ ਰਹੇ ਆ, ਇਹ ਭਰੇ ਜਾ ਰਹੇ ਆ, ਤੇ ਉਸ ਤੋਂ ਬਾਅਦ ਇੱਥੇ ਗੱਡੀਆਂ ਦੇ ਵਿੱਚ ਲੋਡ ਹੋ ਕੇ ਹਸਪੀਟਲ ਨੂੰ ਜਾਂਦੇ ਨੇ। ਸਭ ਤੋਂ ਪਹਿਲਾਂ ਤੁਹਾਨੂੰ ਅੰਦਰ ਪਲਾਂਟ ਦੇ ਵਿੱਚ ਜਾ ਕੇ ਦਿਖਾਉਂਦੇ ਆ ਕਿ ਆਕਸੀਜਨ ਬਣਦੀ ਕਿਵੇਂ ਆ। ਤਾਂ ਆਓ ਸਭ ਤੋਂ ਪਹਿਲਾਂ ਤੁਹਾਨੂੰ ਉਹੀ ਦੱਸਦੇ ਆ ਕਿ ਆਕਸੀਜਨ ਬਣਦੀ ਕਿਵੇਂ ਆ, ਉਸ ਤੋਂ ਬਾਅਦ ਕਿਵੇਂ ਇਹਨਾਂ ਸਿਲੰਡਰਾਂ ਦੇ ਵਿੱਚ ਫਿਲ ਹੁੰਦੀ ਹੈ, ਅਤੇ ਇਹਦੀ ਮਾਤਰਾ ਕਿਉਂ ਘੱਟ ਹੈ, ਕਿਉਂ ਅੱਜ ਇਹ ਕਮੀ ਜਿਹੜੀ ਹੈ ਆਕਸੀਜਨ ਸਿਲੰਡਰਾਂ ਦੀ ਹੋ ਰਹੀ ਹੈ, ਇਹ ਸਾਰੀ ਜਾਣਕਾਰੀ ਦੇਵਾਂਗੇ। ਤਾਂ ਆਓ ਅਸੀਂ ਇਸ ਵੇਲੇ ਜਲੰਧਰ ਦੇ ਸ਼ਕਤੀ ਆਕਸੀਜਨ ਪਲਾਂਟ ਦੇ ਵਿੱਚ ਹੈਗੇ ਆ। ਇਹ ਜਿਹੜਾ ਪਲਾਂਟ ਤੁਸੀਂ ਦੇਖ ਰਹੇ ਆ, ਇਹ ਪਲਾਂਟ ਦੇ ਵਿੱਚ ਹੀ ਆਕਸੀਜਨ ਸਾਰੀ ਬਣਦੀ ਹੈ ਅਤੇ ਉਸ ਤੋਂ ਬਾਅਦ ਸਿਲੰਡਰਾਂ ਦੇ ਵਿੱਚ ਫਿਲ ਹੁੰਦੀ ਹੈ। ਤੁਹਾਨੂੰ ਦੱਸਦੇ ਆ ਕਿ ਇਹਦਾ ਪ੍ਰੋਸੈਸ ਕੀ ਹੁੰਦਾ ਹੈ। ਤਾਂ ਇਸ ਫੈਕਟਰੀ ਦੇ ਫੋਰਮੈਨ ਸਾਡੇ ਨਾਲ ਨੇ, ਤਾਂ ਸਭ ਤੋਂ ਪਹਿਲਾਂ ਇਹਨਾਂ ਨਾਲ ਹੀ ਗੱਲ ਕਰਦੇ ਆ। ਸਤਿ ਸ਼੍ਰੀ ਅਕਾਲ। ਤਾਂ ਆਕਸੀਜਨ ਦੀ ਕਮੀ ਮੈਨੂੰ ਲੱਗਦਾ ਕਿ ਇਸ ਵੇਲੇ ਬਹੁਤ ਜ਼ਿਆਦਾ ਹੈਗੀ ਹੈ ਕਰੋਨਾ ਪੇਸ਼ੈਂਟ ਦੇ ਕਰਕੇ, ਤਾਂ ਅਸੀਂ ਇਹੀ ਜਾਣਨਾ ਚਾਹੁੰਦੇ ਆ ਕਿ ਆਕਸੀਜਨ ਬਣਦੀ ਕਿਵੇਂ ਆ, ਪ੍ਰੋਸੈਸ ਕੀ ਹੁੰਦਾ ਇਹਦਾ? सर जी ये कंप्रेसर है। कंप्रेसर जो है पहले हवा को हम सक्शन करते हैं, हवा को सक्शन करके इसमें 4 स्टेज की मशीन है ये, 1st, 2nd, 3rd और 4th। हर स्टेज का प्रेशर जो है मतलब बढ़ता है, वालों से लेते हैं फिर आगे बढ़ता है, ठीक है जो। तो उसका जो है प्रेशर जो है 1st का 2.2 रहता है और 4th में जो है 42 kg चलता है। इस हवा को जो हम फिर ठंडा करते हैं हर स्टेज में, हर स्टेज में हवा को हम पानी से ठंडा करते हैं, और मॉइस्चर जो निकालने के लिए मॉइस्चर सेपरेटर लगे हुए हैं सब के अंदर। फिर इसके बाद में हवा को 4th के कूलर में ठंडा करते हैं, उसमें भी हवा पाइपों के द्वारा पानी के इनलेट आउटलेट से हवा ठंडी होती है। ਤੁਸੀਂ ਨਾਲ ਦੀ ਨਾਲ ਦੱਸੀ ਚਲੋ ਕਿੱਥੇ ਹਵਾ ਠੰਡੀ ਹੁੰਦੀ ਹੈ, ਕਿਹੜੇ ਏਰੀਏ 'ਚ, ਕਿਹੜੇ ਪਾਰਟਸ ਦੇ ਵਿੱਚ ਹੁੰਦੀ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਆਪਣੇ ਦਰਸ਼ਕਾਂ ਨੂੰ ਸਾਰੀ ਚੀਜ਼ ਦਿਖਾਈਏ। ਇਸ ਵੇਲੇ ਸਭ ਤੋਂ ਵੱਧ ਡਿਮਾਂਡ ਆਕਸੀਜਨ ਦੀ ਹੈ, ਤੇ ਆਕਸੀਜਨ ਬਣਦੀ ਕਿਵੇਂ ਆ ਉਹ ਆਪਾਂ ਦਿਖਾਉਂਦੇ ਹਾਂ। ਤੁਸੀਂ ਸਾਰੇ ਪਲਾਂਟ ਜਿਹੜੇ ਆ ਉਹ ਦਿਖਾਓ ਸਾਨੂੰ ਕਿ ਕਿਵੇਂ। ये 4th स्टेज है, 4th स्टेज से हवा जो है 4th के कूलर में आती है। ਇਹ ਹਵਾ ਇਧਰ ਦੀ ਉਸ ਕੂਲਰ 'ਚ ਆ ਗਈ। हाँ यहाँ पे हवा ठंडी होती है, यहाँ से हवा ठंडी होने के बाद में हवा का जो तेल पानी मॉइस्चर होता है वो वहाँ पे निकाल देते हैं ड्रेन के द्वारा। फिर उसके बाद में आगे गैसकेट कूलर में जाती है,
गैसकट कूलर में, वहाँ पे भी हवा ठंडी करी जाती है। फिर उसके बाद में कॉइल कूलर में जाती है हवा, फिर वहाँ पे भी हवा को ठंडा करते हैं। ਤਾਂ ਹਵਾ ਪਹਿਲਾਂ ਠੰਡੀ ਰੱਖਣੀ ਹੁੰਦੀ ਹੈ, ਤਾਂ ਇਹ ਹਵਾ ਤੁਸੀਂ ਲੈਂਦੇ ਕਿਵੇਂ ਹੋ, ਕਿਵੇਂ ਸਟੋਰ ਕਿਵੇਂ ਕਰਦੇ ਹੋ? सक्शन करते हैं, हवा एटमॉस्फेयर से सक्शन करते हैं। हाँ, बाई कंप्रेसर द्वारा सक्शन करता है, वाल लगे हुए हैं, वाल से जो है कंप्रेसर को शक करा, उसके बाद में आगे डिस्चार्ज ने दूसरे स्टेज को दिया, और फिर उसके बाद थर्ड स्टेज को गया, फिर फोर्थ स्टेज को गया। इससे हवा जो है मतलब उसके इंक्रीज होती चली जाती है, कम प्रेशर करता जाता है, आगे को प्रेशर बढ़ाता जाता है। एक वाल लेता है, दूसरा वाल देता है। ਜਦੋਂ ਹਵਾ ਤੁਸੀਂ ਠੰਡੀ ਕਰ ਲੈਂਦੇ ਹੋ ਪੂਰੀ, ਤਾਂ ਫਿਰ ਉਹ ਚਿਲਿੰਗ ਟੈਂਕ ਜਿਹੜਾ ਉਹਦੇ ਵਿੱਚ ਸਟੋਰ ਕਰਦੇ ਹੋ? नहीं, स्टोर नहीं होती है, इसके अंदर हवा ठंडी होती है। हवा ठंडी होने के बाद में ये चीलिंग यूनिट है, ये इसका काम है टेम्परेचर मेंटेन करना, पानी का ठंडा। ਉਹ ਪਾਈਪਾਂ ਰਾਹੀਂ ਹਵਾ ਜਿਹੜੀ ਹੈ आगे इसमें, इसके अंदर मॉइस्चर सेपरेटर है ये, इसके अंदर तेल हवा पानी निकालते रहते हैं हवा को फ्रेश करने के लिए। ये कार्बन फिल्टर है, ये भी हवा को फ्रेश करने के लिए होता है। इसके बाद में डस्ट फिल्टर से होती हुई बैटरी में चली जाती है। ये बैटरी, एक बैटरी तैयार करते हैं हम, गरम मतलब गरम करके हीटिंग करके कूलिंग करते हैं। एक बैटरी को तैयार करते हैं, इसमें केमिकल होता है मॉलिकुलर सी। ये बैटरी एक जैसे चल रही है, उसके बाद में जब दूसरी बैटरी मतलब डिप्रेशराइजिंग करनी होती है, जब एयर उसका टाइम है, मतलब उसका सर्कल जो है 8 घंटे का होता है, 3 घंटे हीटिंग, 5 घंटे कूलिंग, उसके हिसाब से बाद में दूसरी बैटरी फिर तैयार करनी पड़ती है हमारे को। ਤੁਸੀਂ ਹਵਾ ਨੂੰ ਸਟੋਰ ਵੀ ਕਰ ਸਕਦੇ ਹੁੰਦੇ ਹੋ? ਕਿ ਹਵਾ ਦਾ ਕੋਈ ਟਾਈਮ ਹੁੰਦਾ ਕਿ ਉਹਨੂੰ ਸਟੋਰ ਕਰਕੇ ਰੱਖਣਾ? नहीं 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 नहीं, ये कंटिन्यू प्रोसेस है, कंटिन्यू प्रोसेस है, चलता रहता है बराबर। हाँ, ये बैटरी है, इसके अंदर एयर भरी हुई है। इसके बाद में पाइपों के द्वारा फिर रिटर्न जाती है, फिर ठंडी होकर फिर कॉलम में जाती है। ये सेपरेशन यूनिट है। इसके अंदर, हाँ, इसके अंदर हवा को जो है ना 2 जगह डिवाइड कर देते हैं। कैसे डिवाइड कर देते हैं आप? ये पाइपों के द्वारा हवा आ रही है, ठीक है जी। एक तो वाल है ये R1, एक तो डायरेक्ट इसमें आ जाती है हीट एक्सचेंजर 1 से लिक्विड फायर से फिर जो है वो दिखाई दे रखा है, वो नीला सा दिखाई दे रहा है, टॉप कॉलम। हाँ, टॉप वाला वो डब्बा जड़ा। हाँ जी, हाँ, डब्बा नीला सा। उसके अंदर जाके फिर जो है हवा को मतलब टेम्परेचर जो है इतना, इसके अंदर जो है वो होते हैं लिक्विड फायर वगैरह, हीट एक्सचेंजर, वो ट्यूबें होती हैं बहुत ज़्यादा उसके अंदर, जितना हवा को ठंडा करने के लिए। एक मतलब एक पाइप से सेपरेट कर देते हैं, स्प्लिट कर देते हैं, फैला देते हैं, वो टेम्परेचर फिर डाउन आते चले जाते हैं। ये इंजन है, इसका भी काम वही है, हवा को ठंडा करना। हाँ, ਜ਼ਿਆਦਾਤਰ ਕੰਮ ਮਸ਼ੀਨਾਂ ਦਾ ਹਵਾ ਨੂੰ ਠੰਡਾ ਕਰਕੇ ਰੱਖਣਾ, ਸੇਫ ਕਰਕੇ ਰੱਖਣਾ। इसका काम है कंप्रेसर से हवा लेना, हवा को फिर जो है ठंडा, हर स्टेज में ठंडा करते जाते हैं। हर स्टेज में ठंडा करने के बाद वो हमारे पास में हवा का देखो ये टेम्परेचर है 9 डिग्री टेम्परेचर है हवा का, प्लस में। 9 डिग्री। हाँ, हवा जो हमारे को मिल रही है ना वो 9 डिग्री मिल रही है। हाँ, अच्छा, फिर उसके बाद में ਇਹ ਨੈਚੁਰਲ ਹੈ ਕਿ ਜਾਂ ਜਿਹੜੀ ਤੁਸੀਂ ਬਣਾ ਰਹੇ ਹੋ ਉਹ ਵਾਲੀ ਹੈ? नहीं, ये नेचुरल जो है, हम हवा को ठंडा करने के बाद में ये टेम्परेचर आ रहा हमारा 4 नंबर। 9 ਤੋਂ 4 आ ਜਾਂਦਾ फिर। हाँ, मतलब 4 नंबर जो है हमारा एयर का टेम्परेचर दिखाता है कि एयर हमारी कितनी ठंडी आ रही है इस कॉलम के अंदर। तो इसमें ये देखो, ये कूलिंग करके दे रहा वाल हमारे को, एयर को। ये दे रहा -159। मतलब हवा को इतना ठंडा कर देते हैं, इतना ठंडा कर देते हैं कि वो माइनस में जाने लग जाते हैं टेम्परेचर। ਮਾਈਨਸ ਚ ਇੰਨੀ ਜ਼ਿਆਦਾ ਠੰਡੀ ਆ। मैं एक पासे देख रहे बर्फ भी जमी हुई है एक जगह तक। तो जब माइनस में जाता है ना कोई, माइनस में जाएगी तो बर्फ बनने लग जाती है। फिर ये तो लिक्विड का टेम्परेचर है, ये लिक्विड बन जाता है। और ऑक्सीजन का होता है -172। ਅੱਛਾ, ਇੱਕ ਗੱਲ ਇਹ ਸਮਝਾਓ ਕਿ ਜਿਵੇਂ ਆਕਸੀਜਨ ਦੀ ਕਮੀ ਆ ਰਹੀ ਹੈ, ਕਿ ਆਕਸੀਜਨ ਦੀ ਕਮੀ ਆ ਰਹੀ, ਕਮੀ ਕਿਉਂ ਆ ਰਹੀ ਹੈ? ਇਹ ਕਮੀ ਕਿੱਦਾਂ ਪੂਰੀ ਕੀਤੀ ਜਾ ਸਕਦੀ? देखो, कमी ये है, ये जैसे प्लांट की प्रोडक्शन 1200 सिलेंडर है, ठीक है जी। अब हॉस्पिटलों में डिमांड बहुत बढ़ गई है, पेशेंट हर हॉस्पिटल में आ रहे हैं, तो हमारी तो जो प्रोडक्शन हम वही दे पाएंगे ना, उससे ज़्यादा नहीं दे पाएंगे। ਜਿਵੇਂ ਇਸ ਕੰਪਨੀ ਦੇ ਕੋਲ 1200 ਸਿਲੰਡਰ ਬਣਾਉਣ ਦੀ ਕਪੈਸਿਟੀ ਹੈ, ਤਾਂ ਵਧਾਈ ਵੀ ਜਾ ਸਕਦੀ ਹੈ ਇਹ ਕਪੈਸਿਟੀ? नहीं नहीं नहीं, जितनी इसकी कैपेसिटी है उतनी ही रहेगी, उससे ज़्यादा नहीं बढ़ सकती।
हाँ, उसको बढ़ाने के लिए या तो हमारे पास में लिक्विड हो, और लिक्विड बाहर से आता है, लिक्विड बाहर से आता है, ये उसके लिए आधा टैंक लगा के हम सप्लाई बढ़ा सकते हैं। लिक्विड आ नहीं रहा। लिक्विड आ नहीं रहा, वो क्राइसिस चल रहा लिक्विड का। हाँ, आओ अगे भी आके जिमें आ सारा। हाँ, इसके बाद में ये देखो, ये भी ठंडा करता है, ये भी ठंडा करता है, दोनों की एयर मिला दी जाती है। एयर मिलाने के बाद में इन वालों के थ्रू जो है ना टॉप कॉलम में डाल देते हैं, ये हवा दोनों से ठंडा करके ऊपर डाल दिया और सेपरेशन कर दिया। उसके बाद में जो नाइट्रोजन है वो ऊपर निकल जाती है। हाँ, ऑक्सीजन बाहरी और नीचे आ जाती है, वो सब कूलर के थ्रू पंप में आ जाती है। ਇਹਦੇ ਵਿੱਚ ਕੀ ਆ ਰਿਹਾ ਇਹਦੇ ਚ? लिक्विड ऑक्सीजन लिक्विड आ रहा है ये। ਇਹਦੇ ਚ ਬਰਫ਼ ਵੀ ਜਿਵੇਂ ਜੰਮੀ ਹੋਈ ਕਿ ਬਹੁਤ ਜ਼ਿਆਦਾ ਠੰਡੀ ਹੋਊਗੀ ਇਹ, ਤਾਂ ਇਹ ਦੇਖੋ ਕਿ ਐਕਸਪੈਰੀਮੈਂਟ ਕਰਕੇ ਵੀ ਦਿਖਾ ਰਹੇ ਨੇ ਤੁਹਾਨੂੰ, ਇਹ ਪ੍ਰੈਕਟੀਕਲ। ਇਹ ਆਕਸੀਜਨ ਹੈ? हाँ, ये ऑक्सीजन है। ਅੱਛਾ, हाँ ਇਹ ਆਕਸੀਜਨ ਹੈ। ਤਾਂ ਬਹੁਤ ਜ਼ਿਆਦਾ ਠੰਡੀ ਹੈ ਇਹ। हाँ, ये -182 होती है। ਅੱਛਾ, हाँ, ਇਹ -182 82 हाँ, ਤਾਂ ਇਹ ਬਹੁਤ ਜ਼ਿਆਦਾ ਠੰਡੀ ये ਹੈ लिक्विड है। ਕਿ ਜਿਵੇਂ ਬਰਫ਼ ਤੋਂ ਵੀ ਜ਼ਿਆਦਾ ਠੰਡੀ ਮੈਂ ਕਹਿ ਸਕਦਾ ਕਿ ਇਹ ਬਰਫ਼ ਤੋਂ ਵੀ ਜ਼ਿਆਦਾ ਠੰਡੀ ਹੈ। ਆਕਸੀਜਨ ਹੈ ਜਿਹੜੀ ਅਸੀਂ ਦੇਖਦੇ ਆ, ਇਹ ਆਕਸੀਜਨ ਕਰਕੇ ਹੀ ਅੱਜ ਕੱਲ ਜਿਹੜੀ ਜਾਨ ਹੈ ਉਹ ਬਚ ਰਹੀ। ਚਲੋ ਬੰਦ ਕਰ ਦਿਓ, ਆਪਾਂ ਜ਼ਿਆਦਾ ਵੇਸਟ ਕਾਹਤੋਂ ਕਰਨੀ ਆ। ਤਾਂ ਇਹ ਆਕਸੀਜਨ ਜਿਹੜੀ ਆਮ ਤੌਰ ਤੇ ਅੱਜ ਕੱਲ ਕਰੋਨਾ ਦੇ ਮਰੀਜ਼ਾਂ ਦੇ ਲਈ ਸੰਜੀਵਨੀ ਬੂਟੀ ਬਣੀ ਹੋਈ ਹੈ, ਤਾਂ ਇਹ ਆਕਸੀਜਨ ਤੁਹਾਨੂੰ ਦਿਖਾਉਣ ਦਾ ਮਕਸਦ ਵੀ ਸਾਡਾ ਇਹੀ ਹੈ ਕਿ ਤੁਹਾਨੂੰ ਦਿਖਾਇਆ ਜਾਵੇ ਕਿ ਆਕਸੀਜਨ ਬਣਦੀ ਕਿਵੇਂ ਆ, ਤੇ ਜੇ ਕਿੱਲਤ ਆ ਰਹੀ ਤੇ ਕਿੱਲਤ ਕਿਉਂ ਆ ਰਹੀ ਹੈ। ਤਾਂ ਉਸ ਤੋਂ ਬਾਅਦ ये इसमें आ जाती है पंप में, टॉप कॉलम से सीधा। ये 12 मीटर ऊंचा है ये, ठीक है जी। ਇਹ ਸਾਰਾ ਉੱਪਰ ਦੀ ਨਾਈਟ੍ਰੋਜਨ ਨਿਕਲ ਜਾਂਦੀ ਹੈ। हाँ, ऊपर टॉप कॉलम से नाइट्रोजन निकल के और रिटर्न ठंडा करते हुए, एयर को ठंडा करते हुए बाहर निकलती है। नाइट्रोजन का होता है -192। वो ਹੁਣ ਜਿਹੜੀ ਆਕਸੀਜਨ ਆ ਇਸ ਜਿਹੜਾ ਇਹ ਬਣਾਇਆ ਪਲਾਂਟ ਤੁਸੀਂ, ਇਹਦੇ ਚ ਕਿੰਨੀ ਕੁ ਭਰੀ ਕਿੰਨੀ ਕੁ ਹੋਈ ਹੈ ਆਕਸੀਜਨ? इसके अंदर जो है मतलब इसका जो एक वो होता है, कंडेंसर होता है इसके अंदर। हाँ, उसके अंदर जो है कम से कम नहीं तो 150 लीटर के आसपास आती है एक बार में। 150 लीटर? हाँ, बन जाती है, और उसके बाद में पंप के द्वारा आती रहती है, लेकिन कंटिन्यू प्रोसेस चलता रहता है। ਹੁਣ ਜਿਵੇਂ ਬਾਹਰ ਤੁਸੀਂ ਸਿਲੰਡਰਾਂ ਦੇ ਵਿੱਚ ਭਰ ਵੀ ਰਹੇ ਹੋ, ਤਾਂ पंप के द्वारा सिलेंडर में जा रही है। ਆਓ ਉਧਰੋਂ ਵੀ ਦਿਖਾ ਦਿਓ ਤੁਸੀਂ ਸਾਨੂੰ ਕਿ ਕਿਵੇਂ ਭਰੀ ਜਾ ਰਹੀ ਹੈ। ਇਹ ਪਲਾਂਟ ਉਹ ਵਾਲਾ ਹੈ ਜਿੱਥੇ ਆਕਸੀਜਨ ਬਣਦੀ ਹੈ ਕਿ ਫਰੈਸ਼ 에ਅਰ ਨੂੰ ਲੈ ਕੇ ਉਸ ਤੋਂ ਬਾਅਦ ਠੰਡਾ ਕੀਤਾ ਜਾਂਦਾ। ਇਹ ਸਭ ਪ੍ਰੋਸੈਸ ਜਿਹੜਾ ਇੱਥੇ ਤੁਹਾਨੂੰ ਫੋਰਮੈਨ ਸਾਹਿਬ ਨੇ ਦਿਖਾਇਆ ਕਿ ਉਸ ਤੋਂ ਬਾਅਦ ਹੁਣ ਜਿਵੇਂ ਇਹ ਤੁਹਾਨੂੰ ਦੱਸਿਆ ਕਿ ਅਸੀਂ ਇੱਥੇ ਸਾਰੀ ਆਕਸੀਜਨ ਤਿਆਰ ਹੋ ਗਈ ਆ। ਹੁਣ ਤਿਆਰ ਹੋਣ ਤੋਂ ਬਾਅਦ ਸਿਲੰਡਰਾਂ ਦੇ ਵਿੱਚ ਕਿਵੇਂ ਭਰੀ ਜਾਂਦੀ ਹੈ ਕਿ ਇਹ ਨੌਜਵਾਨ ਸਿਲੰਡਰਾਂ ਦੇ ਵਿੱਚ ਜਿਵੇਂ ਆਕਸੀਜਨ ਭਰ ਰਹੇ ਨੇ, ਤਾਂ ਸਰ ਕਿਵੇਂ ਆਕਸੀਜਨ ਕਿਵੇਂ ਫਿਰ ਸਿਲੰਡਰਾਂ ਦੇ ਵਿੱਚ ਕਿਵੇਂ ਭਰਦੇ ਹੋ? ये ऑक्सीजन सिलेंडर है, एक बार में 36 सिलेंडर लगते हैं इसमें। हाँ, ये 300 किलोमीटर का प्लांट है, 300 किलोमीटर का प्लांट है, और एक बार में मतलब 36 सिलेंडर भरेंगे, फिर जब भर जाएंगे तो दूसरा बाल फिर चालू कर देंगे, इधर खोल के दूसरे ਇਹ ਜਿਵੇਂ ਆ ਹੁਣ ਤੁਸੀਂ ਵਾਲ ਲਾ ਰਹੇ ਹੋ, ਇਹ ਭਰ ਗਏ ਸਿਲੰਡਰ? सिलेंडर भर गया ये वाले। ਇਹ ਵਾਲੇ ਸਿਲੰਡਰ ਭਰ ਗਏ, ਤੇ ਉਹ ਜਿਹੜੇ ਨੌਜਵਾਨ ਲਾ ਰਹੇ ਉਹ ਵੀ ਸਿਲੰਡਰ ਭਰ ਗਏ ਨੇ? वो चालू है सिलेंडर भरने के लिए। हाँ, वो सिलेंडर भरने चालू है, ये सिलेंडर भर गए, बाद हटा देंगे, वाल बंद कर देंगे। ये लाइन जो कॉमन लाइन है बीच में जो दे रखी है, एक तरफ बाल को बंद कर दिया, हटा दिया, दूसरी तरफ चालू कर दिया। ਇਹ ਕੰਟੀਨਿਊਸਲੀ ਚੱਲਦੇ ਰਹਿਣਗੇ। ਤਾਂ ਇਹਨਾਂ ਦੇ ਵਿੱਚ ਆਕਸੀਜਨ ਆਉਂਦੀ ਹੈ ਜਿਹੜੀ ਇਹ ਤਾਰ ਹੈਗੀ ਜਾਂ ਇਹ ਜਿਹੜੀ ਤੁਸੀਂ ਬਣਾਈ ਹੋਈ ਹੈ? हाँ, पाइपों के अंदर आती है ना, पाइपों के अंदर ऑक्सीजन आती है, इसके अंदर भर जाती है। ये स्पिंडल है, वाल खोलो, अंदर चली जाती है। ਓਕੇ, ਤਾਂ ਇਹ ਸਿਲੰਡਰ ਦੇ ਵਿੱਚ ਇਹ ਪੂਰੇ ਸਿਲੰਡਰ ਦੇ ਵਿੱਚ ਕਿੰਨੇ ਕੁ ਕਿਲੋ ਜਾਂ ਕਿਸ ਤਰੀਕੇ ਨਾਲ ਤੁਸੀਂ ਭਰਦੇ ਹੋ? इसमें लगभग जो है 6 किलो के आसपास आती है। हाँ, और प्रेशर जो होता है वो 125-130 kg के आता है। ਇਹਦਾ ਰੇਟ ਕੀ ਰੱਖਿਆ ਤੁਸੀਂ ਫਿਰ ਇੱਕ ਸਿਲੰਡਰ ਦਾ? और रेट तो खैर सेठ लोगों को पता होता है। रेट तो मिनिमम ही रखा जाता है। ਕਿਉਂਕਿ ਹੁਣ ਤਾਂ ਵੈਸੇ ਹੀ ਇਹ ਸੰਜੀਵਨੀ ਦਾ ਕੰਮ ਕਰ ਰਹੀ ਹੈ ਕਿ ਇਸ ਸਿਲੰਡਰ ਦੇ ਨਾਲ ਕਈਆਂ ਦੀਆਂ ਜਾਨਾਂ ਬਚ ਰਹੀਆਂ ਨੇ। हाँ जी, हाँ जी, कम से कम रेट का जाए, कम से कम मार्जिन पे हॉस्पिटलों को सप्लाई जाती है ये। ਹੁਣ ਜਿਵੇਂ ਅੱਗੇ ਪਹਿਲਾਂ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਗੱਲ ਕਰਾਂ, ਜਦੋਂ ਕਰੋਨਾ ਦੂਜੀ ਵਾਰੀ ਨਹੀਂ ਸੀ ਆਇਆ, ਉਦੋਂ ਵੀ ਇੰਨੇ ਹੀ ਸਿਲੰਡਰ ਭਰਦੇ ਹੁੰਦੇ ਸੀ ਰੋਜ਼, ਕਿ ਜਾਂ ਉਦੋਂ ਘੱਟ ਸੀ? नहीं, उधर भी उस समय चल रहा था तो नहीं। ਜਿੱਦਾਂ ਹੁਣ ਦਿਨ ਰਾਤ ਚੱਲ ਰਿਹਾ, ਉਦੋਂ ਵੀ ਇਦਾਂ ਦਿਨ ਰਾਤ ਚੱਲਦਾ ਹੁੰਦਾ? हाँ, लेकिन अब क्या इंडस्ट्री का बंद है। हाँ, पहले इंडस्ट्री का चालू था, तो हमारी क्या सप्लाई हॉस्पिटलों की और इंडस्ट्री की दोनों की थी। अब केवल मतलब उसकी हॉस्पिटलों की सप्लाई है अब सिर्फ। ਪ੍ਰੋਸੈਸ ਜਿਹੜਾ ਤੁਹਾਨੂੰ ਅਸੀਂ ਦਿਖਾਇਆ ਆਕਸੀਜਨ ਬਣਾਉਣ ਦਾ,
ਤਾਂ ਇਹ ਉਹੀ ਪ੍ਰੋਸੈਸ ਹੈ ਕਿ ਇਹ ਜਿਸ ਤਰੀਕੇ ਨਾਲ ਹੁਣ ਇੱਥੇ ਸਿਲੰਡਰ ਭਰੇ ਗਏ, ਸਾਰਾ ਪ੍ਰੋਸੈਸ ਤੁਹਾਨੂੰ ਦਿਖਾਇਆ, ਸਿਲੰਡਰ ਭਰੇ ਗਏ, ਹੁਣ ਉਸ ਤੋਂ ਬਾਅਦ ਇਹ ਹਸਪੀਟਲਾਂ ਦੇ ਵਿੱਚ ਜਾ ਰਹੇ ਨੇ। ਤਾਂ ਵੱਖੋ ਵੱਖਰੇ ਹਸਪੀਟਲਾਂ ਦੀਆਂ ਗੱਡੀਆਂ ਨੇ। ਬਾਈ ਜੀ, ਇਹ ਕਿਹੜੇ ਹਸਪੀਟਲ ਦੀ ਗੱਡੀ ਹੈ, ਤੁਹਾਨੂੰ ਕੁਝ ਪਤਾ ਜੀ ਇਹਦੇ ਬਾਰੇ? ਤਾਂ ਇਹ ਵੱਖਰੇ ਵੱਖਰੇ ਹਸਪੀਟਲਾਂ ਦੀਆਂ ਗੱਡੀਆਂ ਨੇ। ਤਾਂ ਸਰ ਕਿਹੜੇ ਕਿਹੜੇ ਹਸਪੀਟਲਾਂ ਦੀਆਂ ਇਹ ਗੱਡੀਆਂ ਇੱਥੇ ਲੱਗੀਆਂ ਹੋਈਆਂ? ਹਸਪੀਟਲਾਂ ਦੀ ਨਹੀਂ, ਆਪਣੀਆਂ ਸਾਡੀਆਂ ਪਰਸਨਲ ਗੱਡੀਆਂ ਨੇ। ਅੱਛਾ, ਗੱਡੀਆਂ ਵੀ ਤੁਹਾਡੀਆਂ ਕੰਪਨੀ ਦੀਆਂ ਨੇ? ਸਿਲੰਡਰ ਵੀ ਸਾਡੇ ਹੀ ਨੇ। ਅੱਛਾ, ਹਾਂਜੀ 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 ਤੁਸੀਂ ਪਹੁੰਚ ਕਰ ਰਹੇ ਹੋ? ਸਰ ਸਪਲਾਈ ਕਰਾਂਗੇ ਜੀ। ਹਾਂਜੀ 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 ਇਹ ਤਾਂ ਤੁਹਾਨੂੰ ਮੈਨੂੰ ਲੱਗਦਾ ਕਿ ਗੱਡੀਆਂ ਦਾ ਖਰਚਾ, ਸਿਲੰਡਰਾਂ ਦਾ, ਇਹ ਵੀ ਸਾਰਾ ਕੁਝ ਪਾ ਕੇ ਤੁਸੀਂ ਫਿਰ ਕਿੰਨਾ ਕੁ ਮਾਰਜਨ ਕਿੰਨਾ ਕੁ ਲੈ ਰਹੇ ਹੋ? ਸਰ ਮਾਰਜਨ ਦੀ ਤਾਂ ਗੱਲ ਹੀ ਖਤਮ ਹੋ ਗਈ ਹੋਈ ਹੈ, ਕਿਉਂਕਿ ਅਸੀਂ ਡਾਇਰੈਕਟ ਮੈਨੂਫੈਕਚਰ ਸਪਲਾਈ ਕਰ ਰਿਹਾ ਹੁਣ, ਜਦ ਕਿ ਟ੍ਰੇਡਰ ਕੋਈ ਸਪਲਾਈ ਨਹੀਂ ਕਰ ਰਿਹਾ, ਕਿਉਂਕਿ ਮਾਲ ਹੀ ਹੈ ਨਹੀਂਗਾ। ਗੈਸ ਮਿਲ ਹੀ ਨਹੀਂ ਰਹੀ ਸਾਨੂੰ ਬਾਜ਼ਾਰ ਦੇ ਵਿੱਚ ਕਿਧਰੋਂ ਵੀ ਜੀ। ਖਾਸ ਕਰਕੇ ਜਿਹੜਾ ਲਿਕੁਇਡ ਦੀ ਪ੍ਰੋਬਲਮ ਆ ਰਹੀ ਆ, ਉਹ ਸਭ ਤੋਂ ਵੱਡੀ ਪ੍ਰੋਬਲਮ ਹੈ। ਲਿਕੁਇਡ ਦੇ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਕਿ ਲਿਕੁਇਡ ਦਾ ਕਿਸ ਤਰੀਕੇ ਨਾਲ ਉਹ ਪ੍ਰੋਸੈਸ ਹੁੰਦਾ ਤੇ ਲਿਕੁਇਡ ਕਿੱਥੋਂ ਆਉਂਦਾ? ਲਿਕੁਇਡ 3 ਕੰਪਨੀਆਂ ਬਣਾਉਂਦੀਆਂ, ਇਨੋਕਸ, BOC ਤੇ 에ਅਰ ਲਿਕੀ। ਅੱਜ ਦੀ ਡੇਟ 'ਚ ਜਿਹੜੀ ਸਟੇਟ ਦੇ ਵਿੱਚ ਉਹ ਕੰਪਨੀਆਂ ਦੇ ਪਲਾਂਟ ਲੱਗੇ ਹੋਏ ਨੇ, ਉਹ ਸਟੇਟ ਦੀ ਸਰਕਾਰ ਨੇ ਉਹਨਾਂ ਨੂੰ ਮਨਾ ਕਰਤਾ ਕਿ ਪਹਿਲੇ ਆਪਣੀ ਸਟੇਟ ਦਾ ਘਰ ਪੂਰਾ ਕਰੋ, ਫਿਰ ਅਦਰ ਸਟੇਟ। ਸਾਡੇ ਵਾਸਤੇ ਕੁਝ ਨਹੀਂ ਹੈ, ਪੰਜਾਬ ਵਾਲੇ ਵਾਸਤੇ। ਪੰਜਾਬ ਲਈ ਕੁਝ ਨਹੀਂ ਛੱਡਿਆ ਉਹਨਾਂ ਨੇ। ਉਹ ਕਹਿ ਚੁੱਕੇ ਹੋਏ ਆ ਕਲੀਅਰ ਕਿ ਬਾਊ ਜੀ ਪਹਿਲੇ ਅਸੀਂ ਆਪਣਾ ਘਰ ਬਚਾਵਾਂਗੇ, ਫਿਰ ਤੁਹਾਡਾ ਨੰਬਰ ਹੈ। ਮੈਨੂੰ ਪਤਾ ਲੱਗਿਆ ਕਿ ਤੁਸੀਂ ਇੰਡਸਟਰੀ ਦੀ ਹੁਣ ਜਿਵੇਂ ਆਕਸੀਜਨ ਬੰਦ ਕੀਤੀ ਹੋਈ, ਇਹ ਸਿਰਫ ਹਸਪੀਟਲਾਂ ਨੂੰ ਤੁਸੀਂ ਸਪਲਾਈ ਦੇ ਰਹੇ ਹੋ? ਮੈਂ ਪਹਿਲੇ ਵੀ 80% ਹਸਪੀਟਲਾਂ ਨਾਲ ਹੀ ਜੁੜਿਆ ਆ, 20% ਸੀਗਾ ਇੰਡਸਟਰੀ ਦਾ। ਉਹਦੇ ਨਾਲ ਸਾਨੂੰ ਅੱਜ ਦੀ ਡੇਟ 'ਚ ਅਸੀਂ ਕੰਮ ਨਹੀਂ ਕਰ ਰਹੇ। ਮੈਂ ਤਾਂ ਦੇਖ ਰਿਹਾ ਸੀਗਾ ਕਿ ਹੁਣ ਉੱਥੇ ਜਿਵੇਂ ਪ੍ਰਸ਼ਾਸਨ ਨੇ ਆਪਣੇ ਪੁਲਿਸ ਵਾਲੇ ਵੀ ਬਿਠਾ ਦਿੱਤੇ ਹੈ ਕਿ ਧਿਆਨ ਰੱਖੋ ਤੁਸੀਂ ਕਿਤੇ। ਪੰਜ ਮਹਿਕਮਿਆਂ ਦਾ ਸਟਾਫ ਸਾਡੇ ਕੋਲ ਬੈਠਾ ਹੋਇਆ, ਲੇਕਿਨ ਗੱਲ ਹੈ ਕਿ ਇਹ ਤਾਂ ਸਾਡੇ ਵੱਲੋਂ ਇਸ ਵੱਲੋਂ ਕੋਈ ਉਹ ਨਹੀਂ ਹੈਗਾ ਕਿ ਅਸੀਂ ਇੰਡਸਟਰੀ ਨੂੰ ਸਪਲਾਈ ਕਰਾਂਗੇ, ਕਿਉਂਕਿ ਅੱਜ ਦੀ ਡੇਟ 'ਚ ਜਿਹੜੀ ਪ੍ਰਾਇੋਰਟੀ ਹੈ ਉਹ ਜਾਨ ਬਚਾਉਣਾ ਵਾ। ਕੰਮ ਤਾਂ ਸਾਰੀ ਜ਼ਿੰਦਗੀ ਚੱਲਣਗੇ ਸਰ ਸਾਰਿਆਂ ਦੇ। ਚੰਗੀ ਗੱਲ ਹੈ ਕਿ ਇੰਡਸਟਰੀ ਵੀ ਇਸੇ ਚੀਜ਼ ਨੂੰ ਪਹਿਲ ਦੇ ਰਹੀ ਹੈ ਕਿ ਲੋਕਾਂ ਦੀਆਂ ਜਾਨਾਂ ਬਚਾਈਆਂ ਜਾਣ। ਤਾਂ ਜਾਨਾਂ ਅੱਜ ਕੱਲ ਇਹਨਾਂ ਸਿਲੰਡਰਾਂ ਦੇ ਨਾਲ ਬਚ ਰਹੀਆਂ ਨੇ, ਇਹ ਆਕਸੀਜਨ ਦੇ ਨਾਲ ਬਚ ਰਹੀ ਹੈ। ਪੂਰੇ ਦੇਸ਼ ਭਰ ਦੇ ਵਿੱਚ ਕਿੱਲਤ ਆ ਰਹੀ ਹੈ, ਚਾਹੇ ਦਿੱਲੀ ਦੀ ਗੱਲ ਕਰ ਲਓ, ਚਾਹੇ ਨਾਸਿਕ ਦੀ ਗੱਲ ਕਰ ਲਈਏ। ਨਾਸਿਕ ਦੇ ਵਿੱਚ ਜਿਵੇਂ ਕੱਲ ਤੁਸੀਂ ਖਬਰਾਂ ਵੀ ਦੇਖੀਆਂ ਕਿ ਇੱਕ ਆਕਸੀਜਨ ਦਾ ਜਿਹੜਾ ਟਰੱਕ ਹੈ ਉੱਥੇ ਲੀਕੇਜ ਹੋ ਗਈ, ਉਸ ਤੋਂ ਬਾਅਦ 22 ਮੌਤਾਂ ਹੋ ਗਈਆਂ। ਤਾਂ ਇਹ ਉਹੀ ਆਕਸੀਜਨ ਆ, ਪਰ ਇੱਥੇ ਜਲੰਧਰ ਦੇ ਵਿੱਚ ਜਿਸ ਤਰੀਕੇ ਨਾਲ ਸਪਲਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਧਿਆਨ ਜਿਹੜਾ ਰੱਖਿਆ ਜਾ ਰਿਹਾ ਕਿ ਪਹਿਲਾਂ ਜਦੋਂ ਸਪਲਾਈ ਜਦੋਂ ਇਹ ਆਕਸੀਜਨ ਦੀ ਕਰਦੇ ਹੁੰਦੇ ਸੀ ਤਾਂ ਇੰਡਸਟਰੀ ਨੂੰ ਵੀ ਨਾਲ ਦੀ ਨਾਲ ਕਰਦੇ, ਪਰ ਇੰਡਸਟਰੀ ਨੂੰ ਹੁਣ 0% ਸਪਲਾਈ ਜਿਹੜੀ ਆ ਇੱਥੋਂ ਜਾ ਰਹੀ ਹੈ। ਇਹ ਸਾਰੀ ਸਪਲਾਈ ਗੱਡੀਆਂ ਇਹਨਾਂ ਦੀਆਂ ਆਪਣੀਆਂ ਨੇ, ਇਹ ਸਿਲੰਡਰ ਸਾਰੇ ਇਹਨਾਂ ਦੇ ਆਪਣੇ ਨੇ, ਇਹ ਸਿਰਫ ਸਪਲਾਈ ਕਰ ਰਹੇ ਨੇ ਤੇ ਸਪਲਾਈ ਕਰਨ ਤੋਂ ਬਾਅਦ ਇਹੀ ਗੱਲ ਕਹਿ ਰਹੇ ਨੇ ਕਿ ਅਸੀਂ ਮਾਰਜਨ ਨਹੀਂ ਰੱਖਿਆ, ਅਸੀਂ ਕਮਾਈ ਨਹੀਂ ਕਰ ਰਹੇ, ਸਿਰਫ ਜਾਨਾਂ ਬਚਾਈਆਂ ਜਾ ਰਹੀਆਂ ਨੇ ਜਿਹੜੇ ਕਰੋਨਾ ਪੇਸ਼ੈਂਟਸ ਹੈਗੇ ਨੇ। ਤਾਂ ਇਹ ਰਿਪੋਰਟ ਨੂੰ ਖਾਸ ਕਰਕੇ ਇਸ ਕਰਕੇ ਦਿਖਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਦੇਸ਼ ਭਰ ਦੇ ਵਿੱਚ ਜਿਵੇਂ ਆਕਸੀਜਨ ਦੀ ਕਮੀ ਆ ਰਹੀ ਹੈ, ਆਕਸੀਜਨ ਦੀ ਕਮੀ ਕਿਉਂ ਆ ਰਹੀ ਹੈ, ਇਹ ਵੀ ਤੁਹਾਨੂੰ ਦੱਸਿਆ ਕਿ ਕਮੀ ਕਿਉਂ ਆ ਰਹੀ ਹੈ। ਜੇ ਲਿਕੁਇਡ ਪ੍ਰੋਵਾਈਡ ਸਰਕਾਰ ਦੇ ਵੱਲੋਂ ਕੀਤਾ ਜਾਵੇ ਤਾਂ ਇਹ ਫਿਰ ਕਿੱਲਤ ਇਹ ਵਾਲੀ ਨਹੀਂ ਆ ਸਕਦੀ। ਤਾਂ ਜਿਹੜੀ ਇਹ 에ਅਰ ਆਕਸੀਜਨ ਹੈਗੀ ਆ ਉਸ ਨੂੰ ਜਿਹੜਾ ਬਣਾਇਆ ਇੱਥੇ ਜਾ ਰਿਹਾ ਹੈ ਤੇ ਬਣਾਇਆ ਵੀ ਕਿਸ ਤਰੀਕੇ ਨਾਲ ਜਾ ਰਿਹਾ ਹੈ, ਇਹ ਸਾਰੀ ਪਾਰਦਰਸ਼ਿਤਾ ਦੇ ਨਾਲ ਤੁਹਾਨੂੰ ਇਹ ਰਿਪੋਰਟ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।